ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ। ਭਾਰਤ ਸਰਕਾਰ ਨੇ ਕੋਰੋਨਾ ਤੋਂ ਹੋਈ ਮੌਤ ਬਾਰੇ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਕੀਤੇ ਦਾਅਵਿਆਂ ਨੂੰ ਕੀਤਾ ਰੱਦ, ਕਿਹਾ ਰਿਪੋਰਟ 'ਚ ਤੱਥ ਸਹੀ ਨਹੀਂ। ਕੇਂਦਰ ਨੇ ਕੋਵਿਡ ਕਾਰਨ ਆਪਣੀ ਜਾਨ ਗਵਾਉਣ ਵਾਲੇ 67 ਪੱਤਰਕਾਰਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਲਿਆ ਫੈਸਲਾ। ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 178 ਮੌਤਾਂ ਹੋਈਆਂ, 3914 ਨਵੇਂ ਕੇਸ ਆਏ ਸਾਹਮਣੇ। ਭਾਰਤ ਸਰਕਾਰ ਨੇ ਕੋਰੋਨਾ ਤੋਂ ਹੋਈ ਮੌਤ ਬਾਰੇ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਕੀਤੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਅਤੇ ਮਾਰੇ ਗਏ ਲੋਕਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਜ਼ਿਆਦਾ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ 'ਚ ਕੋਵਿਡ-19 ਤੋਂ ਹੋਈਆਂ ਮੌਤਾਂ ਦੀ ਗਿਣਤੀ ਬਾਰੇ ਨਿਊਯਾਰਕ ਟਾਈਮਜ਼ ਦੀਆਂ ਖਬਰਾਂ 'ਚ ਦਿੱਤੀ ਗਈ ਜਾਣਕਾਰੀ ਬੇਬੁਨਿਆਦ ਤੇ ਝੂਠੀ ਹੈ। ਇਸ ਦੇ ਦਾਅਵੇ ਸਬੂਤਾਂ ਤੇ ਨਹੀਂ ਬਲਕਿ ਇੱਕ ਵਿਗੜੇ ਮੁਲਾਂਕਣ ਤੇ ਆਧਾਰਿਤ ਨੇ। ਦੱਸ ਦਈਏ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੰਕੜੇ ਝੂਠ ਨਹੀਂ ਬੋਲਦੇ, ਭਾਰਤ ਸਰਕਾਰ ਬੋਲਦੀ ਹੈ। ਕੇਂਦਰ ਨੇ ਕੋਵਿਡ ਕਾਰਨ ਆਪਣੀ ਜਾਨ ਗਵਾਉਣ ਵਾਲੇ 67 ਪੱਤਰਕਾਰਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਪੱਤਰਕਾਰ ਭਲਾਈ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦਿੱਤੇ ਜਾਣਗੇ। ਦੱਸ ਦਈਏ ਕਿ ਕੋਰੋਨਾ ਪੀਰੀਅਡ ਦੌਰਾਨ ਜ਼ਮੀਨੀ ਹਕੀਕਤ ਦੱਸਣ ਲਈ ਇਕੱਠੇ ਹੋਏ ਬਹੁਤ ਸਾਰੇ ਪੱਤਰਕਾਰ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ, ਜਿਸ ਵਿੱਚੋਂ ਬਹੁਤ ਸਾਰੇ ਪੱਤਰਕਾਰਾਂ ਦੀ ਮੌਤ ਹੋ ਗਈ। ਕਈ ਰਾਜ ਸਰਕਾਰਾਂ ਨੇ ਪੱਤਰਕਾਰਾਂ ਨੂੰ ਫਰੰਟ ਲਾਈਨ ਵਰਕਰ ਘੋਸ਼ਿਤ ਕੀਤਾ ਹੈ ਤੇ ਕੋਰੋਨਾ ਦਾ ਟੀਕਾ ਲਗਾਇਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 18 ਤੋਂ 44 ਸਾਲ ਦੀ ਉਮਰ ਵਰਗ ਦੇ ਲੋਕਾਂ ਲਈ ਡਰਾਈਵ ਇਨ ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਮਾਲ ਦੇ ਪਾਰਕਿੰਗ ਖੇਤਰ ਵਿੱਚ ਇਸ ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਫੋਰਟਿਸ ਹਸਪਤਾਲ ਚਲਾ ਰਿਹਾ। ਫੋਰਟਿਸ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 18 ਤੋਂ 44 ਸਾਲ ਦੀ ਉਮਰ ਵਰਗ ਦੇ ਲੋਕਾਂ ਲਈ ਡਰਾਈਵ ਇਨ ਟੀਕਾਕਰਨ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਉਮਰ ਵਰਗ ਲਈ ਪਹਿਲੀ ਅਜਿਹੀ ਸਹੂਲਤ ਹੈ। ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਨੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਜਯੇਸ਼ ਲੈਲੇ ਨੇ ਰਾਮਦੇਵ ਵਿਰੁੱਧ ਦਿੱਲੀ ਦੇ IPS ਸਟੇਟ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਮਦੇਵ ਕੋਰੋਨਾ ਦੇ ਇਲਾਜ ਨੂੰ ਲੈ ਕੇ ਭਰਮ ਫੈਲਾ ਰਹੇ ਨੇ, ਜੋ ਇੱਕ ਅਪਰਾਧ ਹੈ। ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 178 ਮੌਤਾਂ ਹੋਈਆਂ ਨੇ, ਜਦੋਂ ਕਿ 3914 ਨਵੇਂ ਕੇਸ ਸਾਹਮਣੇ ਆਏ ਨੇ, ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 48231 ਹੋ ਗਈ ਹੈ, ਜਦੋਂ ਕਿ ਸੂਬੇ ਵਿੱਚ ਹੁਣ ਤੱਕ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 5,56,099 ਹੋ ਗਈ ਹੈ, ਜਦੋਂ ਕਿ 4,93,854 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਪੰਜਾਬ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ ਮਾਹਿਰਾਂ ਦੀ ਸਲਾਹ ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਾਬੰਦੀਆਂ ਨੂੰ 10 ਜੂਨ ਤੱਕ ਵਧਾ ਦਿੱਤਾ। ਹਾਲਾਂਕਿ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਨੇ। ਨਿੱਜੀ ਗੱਡੀਆਂ ਤੋਂ ਸੀਮਿਤ ਗਿਣਤੀ ਯਾਤਰੀਆਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਹਸਪਤਾਲਾਂ ਵਿੱਚ 94 ਸਰਜਰੀਆਂ ਅਤੇ OPD ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਦੇ ਨਾਲ ਆਕਸੀਜਨ ਦੀ ਗੈਰ ਡਾਕਟਰੀ ਵਰਤੋਂ ਦੀ ਆਗਿਆ। ਇਸ ਦੇ ਨਾਲ ਹੀ ਸਾਰੇ ਨਿੱਜੀ ਹਸਪਤਾਲਾਂ ਨੂੰ ਰੇਟ ਲਿਸਟ ਗੇਟ ਦੇ ਬਾਹਰ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫਤਿਹ 2 ਤਹਿਤ ਨੌਜਵਾਨ ਪੀੜ੍ਹੀ ਨੂੰ ਲਾਮਬੰਦ ਕਰਨ ਦੇ ਮੰਤਵ ਨਾਲ ਵਰਚੁਅਲ ਤੌਰ ਤੇ ਗੱਲਬਾਤ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਸੰਗਰੂਰ ਤੋਂ ਜੁੜੇ ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਨੂੰ ਹਰੇਕ ਪਿੰਡ ਪੱਧਰ ਤੇ 7 ਮੈਂਬਰੀਆਂ ਟੀਮਾਂ ਬਣਾ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜਿੱਥੇ ਵੈਕਸੀਨੇਸ਼ਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਵੈਕਸੀਨ ਸੇਵਾ 29 ਮਈ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਆਕਸੀਜਨ ਸੇਵਾ ਦਾ ਦਾਇਰਾ ਸੂਬੇ ਦੇ ਹੋਰ ਹਲਕਿਆਂ ਤੱਕ ਵਧਾਇਆ ਜਾਏਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਵਿੱਚ ਆਕਸੀਜਨ ਸੇਵਾ ਦੀ ਸ਼ੁਰੂਆਤ ਕਰਾਉਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਇਸ ਦੌਰਾਨ ਉਹਨਾਂ ਨੇ ਅਬੋਹਰ ਵਿੱਚ ਲੋੜਵੰਦ ਮਰੀਜ਼ਾਂ ਲਈ ਆਕਸੀਜਨ ਕੰਸੈਂਟਰੇਟਰ ਮੁਫਤ ਆਪਣੇ ਘਰਾਂ ਵਿੱਚ ਪ੍ਰਾਪਤ ਕਰਨ ਵਾਸਤੇ 4 ਹੈਲਪਲਾਈਨ ਨੰਬਰ ਵੀ ਜਾਰੀ ਕੀਤੇ। ਅਬੋਹਰ ਹਲਕਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਆਪਣਾ ਹਲਕਾ ਜੱਦੀ ਹਲਕਾ ਹੈ। ਇਹਨਾਂ ਦੇ ਪਰਿਵਾਰ ਨੇ ਲਗਾਤਾਰ ਮੈਨੂੰ ਲੱਗਦਾ 40 ਸਾਲ 50 ਸਾਲ ਇੱਥੇ ਧੱਕੇ ਨਾਲ ਰਾਜ ਕੀਤਾ ਹੈ। ਇੱਥੇ ਮੇਰੇ ਸਾਰੇ ਲੋਕਾਂ ਨੇ, ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਵੀ ਹਾਂ, ਤੇ ਮੈਨੂੰ ਟੈਲੀਫੋਨ ਆਏ कि इत्थे हस्पताल विच ऑक्सीजन की बड़ी कमी है, इत्थे कोई मैडिकल फैसिलिटी भी है नहीं, बहुत जाना जा रही, लोग पिंडां विच खास करके बड़े बीमार हो रहे हैं। सो असी श्रोमणी पिछले 5-7 दिन पहले मैं श्रोमणी अकाली दल तरफों असी ऑक्सीजन सेवा शुरू कर दी है, घर घर पहुँचानी ऑक्सीजन सेवा। सो तकरीबन 500 मशीनां ਅਸੀਂ ਬਾਹਰੋਂ ਇੰਪੋਰਟ ਕੀਤੀਆਂ ਤੇ ਮਸ਼ੀਨਾਂ ਆ ਵੀ ਗਈਆਂ। 10 ਹਲਕਿਆਂ 'ਚ ਸੇਵਾ ਸ਼ੁਰੂ ਹੋ ਵੀ ਗਈ ਹੈ ਤੇ ਅੱਜ ਅਸੀਂ ਅਬੋਹਰ ਹਲਕੇ ਵਿੱਚ ਆ ਸੇਵਾ ਸ਼ੁਰੂ ਕਰਨ ਲੱਗੇ ਹਾਂ। ਆ 4 ਟੈਲੀਫੋਨ ਨੰਬਰ ਹੈ ਜਿਹੜੇ ਤੁਹਾਡੇ ਅਸੀਂ ਮੈਂ ਦੱਸਣਾ ਚਾਹਣਾ ਹੈ। ਹੈਲਪਲਾਈਨ ਨੰਬਰ ਜਿੱਥੇ ਤੁਸੀਂ ਟੈਲੀਫੋਨ ਕਰ ਸਕਦੇ ਹੋ। ਆ ਨੰਬਰ ਮੈਂ ਅਖਬਾਰ ਨੂੰ ਬੇਨਤੀ ਕਰਾਂਗਾ ਸਾਰੇ ਰਿਪੋਰਟਰ ਨੂੰ ਤੁਸੀਂ आ नंबर जरूर तुसी अपने टीवी राही या अपने अखबार राही छापियो। नंबर हैगा 9877557622। आ पहला नंबर है। दूजा नंबर है 921616000174। आ हैगा दूजा नंबर। तीजा नंबर है 9815850554 ते चौथा नंबर है 9872208044। जिसनों भी कोई ऑक्सीजन की घरे बीमारी की कोई ऑक्सीजन घट लगती है तुसी साडे इस नंबर विच टैलीफोन करो। साडे जिहड़ी टीम है अद्धे घंटे के अंदर अंदर कोशिश करांगे तुहाडे घरे आ मशीन ला के थोनू ऑक्सीजन देना शुरू करन दी असीं प्रयत्न शुरू थोनू कर दांगे। कांग्रेस के साबका प्रधान राहुल गांधी ने लक्षद्वीप च मसौदा नियम नूं लैके प्रधानमंत्री नरेंद्र मोदी नूं चिट्ठी लिखी। राहुल ने अपील की कि वो इस मामले विच दखल देण ते यकीनी करन कि इस केंद्र शासित प्रदेश के प्रशासक प्रफुल्ल खोड़ा पटेल के आदेशों नूं वापस लिया जावे। उन्होंने ये दोष भी लगाया कि पटेल वल्लों मनमाने ढंग नाल कीते गए सौदा ते ऐलान जन विरोधी नीतियां कारण लक्षद्वीप के लोगों के भविख नूं खतरा पैदा हो गया है। किसान अंदोलन ਨੂੰ ਮੁੜ ਤੋਂ ਪਖਾਉਣ ਲਈ ਲੱਖਾ ਸਿਧਾਣਾ ਗਰੁੱਪ ਦੇ ਨੌਜਵਾਨਾਂ ਵੱਲੋਂ ਸੰਗਰੂਰ ਦੇ ਮਹਿਲਾ ਚੌਂਕ ਤੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪਿੰਡ-ਪਿੰਡ ਜਾ ਕੇ ਘਰਾਂ ਵਿੱਚ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਪੁਲਿਸ ਨੇ ਜਦੋਂ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੱਖਾ ਸਿਧਾਣਾ ਦੇ ਪ੍ਰਸ਼ੰਸਕ ਭੜਕ ਉੱਠੇ ਤੇ ਉਹਨਾਂ ਨੇ ਪਿੰਡ ਛਾਜਲੀ ਵਿਖੇ ਧਰਨਾ ਲਗਾ ਦਿੱਤਾ। ਸੰਗਰੂਰ ਦੇ ਮਹਿਲਾ ਚੌਂਕ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਲੱਖਾ ਸਿਧਾਣਾ ਚੱਲਦੇ ਬਣੇ। ਦੂਜੇ ਪਿੰਡਾਂ ਵਿੱਚ ਦਿੱਲੀ ਪੁਲਿਸ ਰਾਹ ਤੱਕਦੀ ਰਹੀ ਤੇ ਇੱਕ ਵਾਰ ਫਿਰ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ।
कांग्रेस के संसद मैंबर प्रताप सिंह बाजवा ने अहम बयान दिता है। उन्होंने कहा कि कोरोना के मद्देनजर मोदी सरकार नूं किसानां दी फिक्र करनी चाहिए ते खेती कानून रद्द करने चाहिए ने। गुरुद्वारा साहिब शहीद सोहाना विखे मत्था टेकण पहुंचे प्रताप सिंह बाजवा ने कहा कि केंद्र सरकार नूं किसानां दी गल सुननी चाहिए है। अपने साथियों वालों समुचे पंजाब के लोगों वालों असी अरदास शहीदां दे गुरुद्वारा साहब च सुहाने, क्योंकि बहुत इतिहासिक गुरुद्वारा साहब है। इत्थे पहले तो इन्हां शहीदां ने देगां चलाइयां, तेगां मारियां, शहादत दी अपनी कौम की खातर, अपने देश की खातर। अज असी अरदास करने वास्ते आए हैं कि साडे किसान जथेबंदियां ने 6 महीने हो गए अज उन्होंने दिल्ली के बरूहां ते बैठे हो, दिल्ली के बॉर्डर ते बैठे हो। असी एको बेनती की है कि गुरु महाराज साहब समर्थ बख्शो नरेंद्र मोदी जी। वो अपने ये जड़ी इस गल ते बैठे ने कि जेड़ा मैं फरमान जारी कर दिता मैं वापस नहीं लेना। मैं नरेंद्र मोदी जी को विशेष तौर कहना चाहना, मोदी साहब ये लोक राज, लोग ही तुहाडे सिर ते ताज पवांदे ने। अज भी ये लोगों का पोया, ये अन्नदाता की लड़ाई। तुसी कहंदे हो असीं किसानां दे हक दे विच कानून लिआंदे, किसान मन्नण नूं तैयार नहीं। किरपा करो, पैंडेमिक महामारी है, महामारी दे विच इन्हां कानूनां नूं रिजैक्ट करके वापस लिया जाए। जदों देश इहदे चों बाहर निकल जाएगा, साल च निकले, सवा च निकले, डेढ़ च निकले, फिर एक बार फिर सारियां किसान जथेबंदियां, सारे मुख मंत्री एग्रीकल्चर स्टेटां दे मुख मंत्री, सारे मैंबर्स ऑफ पार्लीमेंट, सारियां पार्टियां ते साडे एग्रीकल्चर साइंटिस्ट नूं बुलाओ, उन्हां नाल गल करो। सिख कौम के पहले बादशाह बाबा बंदा सिंह बहादुर जी वालों राज करेगा खालसा के संकल्प नूं अमली रूप दे के सिख कौम के इतिहास विच पहली बार 27 मई 1710 ईस्वी नूं सरहंद विखे सजाए गए दरबारी खालसा राज दिवस नूं याद करते हुए गुरुद्वारा साहिब पातशाही 6वीं कुरुक्षेत्र विखे श्री सुखमनी साहिब जी के जाप उपरंत खालसा राज संबंधी गुरमत विचार ते अरदास हुई। बाबा बंदा सिंह जी बहादुर ने सरहंद फतेह तो बाद खालसा जो राज दे लई उन्होंने एक खालसा संदेश देने वास्ते जो पहली उन्होंने बैठक की सी, ਉਹਦੇ ਸੰਦਰਭ ਦੇ ਵਿੱਚ ਅੱਜ ਆਪਾਂ ਇੱਥੇ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰਕਸ਼ੇਤਰ ਦੇ ਵਿੱਚ ਉਹਨਾਂ ਦੀ ਯਾਦ ਮਿੱਠੀ ਮਨਾਈ ਹੈ। ਵੇਖੋ ਜੀ, ਉਹਨਾਂ ਨੇ ਖਾਲਸਾ ਰਾਜ ਦੇ ਵਿੱਚ ਉਹਨਾਂ ਦੇ ਰਾਜ ਦੇ ਵਿੱਚ ਧੀ ਸਭ ਤੋਂ ਪਹਿਲਾਂ ਧੀ ਭੈਣ ਸੁਰੱਖਿਅਤ ਸੀ, ਕੋਈ ਧਰਮ ਦਾ ਭੇਦਭਾਵ ਨਹੀਂ ਸੀ, ਸਾਰੇ ਧਰਮ ਬਰਾਬਰ ਸਨ। ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਨਾਲ ਜੋੜ ਕੇ ਵੇਖੀਏ, ਇੱਕ ਵੀ ਫਾਂਸੀ ਉਹਨਾਂ ਦੇ ਰਾਜ ਦੇ ਵਿੱਚ ਨਹੀਂ ਹੋਈ। ਇਹ ਇਤਿਹਾਸ ਹੈ, कोई भी उम्र कैद नहीं हुई। जी की फतेह। आज बहुत शुभ दिन है और पूरे देशवासियों को इस दिन को मनाना चाहिए, क्योंकि आज के दिन सरहंद पर विजय करके और बंदा सिंह बहादुर जी ने उन्होंने एक खालसा दरबार सजाया था। और मैं ये कहना चाहती हूँ, पूरे देशवासियों को यही संदेश देना चाहती हूँ कि जो खालसा राज, जो पवित्र राज हमारे देश में होना चाहिए, उसकी इस देश को ज़रूरत है। 1710 ईस्वी ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਿਆ ਰਾਜ ਦੀਆਂ ਜੜ੍ਹਾਂ ਨੂੰ ਹਿਲਾਉਂਦੇ ਹੋਏ ਸਰਹੰਦ ਫਤਿਹ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਮੁਗਲੀਆ ਜਿਹੜੀਆਂ ਛਾਉਣੀਆਂ ਸੀ ਉਹਨਾਂ ਨੂੰ ਫਤਿਹ ਕੀਤਾ ਤੇ ਖਾਲਸਾ ਦਰਬਾਰ ਦੀ ਸਥਾਪਨਾ ਹੋਈ। श्री मुक्तसर साहिब के पिंड मल्लन के कोठे अमनगढ़ विच जमीनी विवाद नूं लैके एक व्यक्ति का मामूली गल ते कतल कर देने का मामला सामने आया है। पुलिस नूं दिते गए बयानां विच मृतक छिंदा सिंह की पत्नी ने दस्सिया कि उसके पति छिंदा सिंह दे नाल कुछ लोगों का झगड़ा होया सी, जिन्हां ने उसकी कुटमार की, जिस कारण उसकी मौत हो गई। पुलिस ने मामले की तफ्तीश शुरू कर दी है। पटियाला दी लीला भवन नज़दीक अमर हस्पताल के बाहर 2 गड्डियां विच चोरां ने लुट की वारदात नूं अंजाम दिता है, जिस दौरान लुटेरे एक कार विचों 5 लाख रुपए की नकदी ते 2 रिवाल्वर लैके फरार हो गए। मौके ते पहुंची पुलिस ने मामले की तफ्तीश शुरू कर दी है। इस दे नाल ही खबरां दा सिलसिला इत्थे समाप्त हुंदा है। नवीआं ते ताज़ा खबरां दे नाल फिर हाजिर होवांगे। तद तक लई दिओ इजाजत। धन्नवाद।